ਰੋਜ਼ਾਨਾ ਦਰਜ ਹੋ ਰਹੇ 500 ਤੋਂ ਵੱਧ ਮਾਮਲਿਆਂ ਦੇ ਨਾਲ ਦਿਲ ਸੂਬੇ ਅਲਬਰਟਾ ਵਿੱਚ ਪੁਲਿਸ ਮੁਲਾਜ਼ਮ ਅਤੇ ਹਸਪਤਾਲਾਂ ਦਾ ਸਟਾਫ ਵੀ ਕੋਵਿਡ-19 ਪੋਜ਼ਿਟਿਵ। ਕਿਊਬੈਕ ਵਿੱਚ ਹੈਲੋਵੀਨ ਦੀ ਰਾਤ ਨੌਜਵਾਨ ਨੇ ਤਲਵਾਰ ਨਾਲ ਹਮਲਾ ਕਰ ਲਈਆਂ 2 ਜਾਨਾਂ। ਕੈਨੇਡਾ ਸਰਕਾਰ ਨੇ ਫੈਮਿਲੀ ਰੀਯੂਨੀਫਿਕੇਸ਼ਨ ਵਿੱਚ ਕੀਤੇ ਸੁਧਾਰ। ਸਪਾਊਸਲ ਸਪਾਂਸਰਸ਼ਿਪ ਦੇ ਨਾਲ ਵਿਜ਼ਿਟਰ ਵੀਜ਼ਾ ਵਾਸਤੇ ਵੀ ਕੀਤਾ ਜਾ ਸਕੇਗਾ ਅਪਲਾਈ। ਤੇ ਯੂਐਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਵਿੱਚ ਰਿਪਬਲਿਕਨ ਡੋਨਲਡ ਟਰੰਪ ਅਤੇ ਡੈਮੋਕ੍ਰੈਟ ਜੋ ਬਾਈਡਨ ਵਿਚਾਲੇ ਤਿੱਖਾ ਮੁਕਾਬਲਾ। ਰੋਂਦੂ ਬੱਚੇ ਦੀ ਤਰ੍ਹਾਂ ਪੇਸ਼ ਆ ਰਹੇ ਟਰੰਪ ਨੇ ਗਿਣਤੀ ਤੋਂ ਪਹਿਲਾਂ ਹੀ ਖੁਦ ਨੂੰ ਐਲਾਨ ਦਿੱਤਾ ਜੇਤੂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਅਮਰਿੰਦਰ ਗਰੇਵਾਲ। ਅਲਬਰਟਾ ਸੂਬੇ ਵਿੱਚ ਕੋਵਿਡ-19 ਦੇ ਰੋਜ਼ਾਨਾ 500 ਤੋਂ ਵੱਧ ਮਾਮਲੇ ਦਰਜ ਹੋ ਰਹੇ ਨੇ ਤੇ ਅਲਬਰਟਾ ਨੇ ਹੋਰ ਕਈ ਸੂਬਿਆਂ ਦੇ ਨਾਲ ਆਪਣੇ ਰਿਕਾਰਡ ਨੂੰ ਵੀ ਪਛਾੜ ਦਿੱਤਾ ਹੈ। ਅਲਬਰਟਾ ਵਿੱਚ ਲੰਘੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਕੋਵਿਡ-19 ਦੇ 2266 ਮਾਮਲੇ ਦਰਜ ਹੋਏ ਤੇ 15 ਮੌਤਾਂ ਹੋਈਆਂ। 1 ਅਕਤੂਬਰ ਤੋਂ 1 ਨਵੰਬਰ ਵਿਚਾਲੇ ਕੈਲਗਰੀ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 331% ਦਾ ਉਛਾਲ ਆਇਆ ਤੇ ਐਡਮਿੰਟਨ ਵਿੱਚ 211% ਦਾ। ਖਦਸ਼ਾ ਹੈ ਕਿ ਅਲਬਰਟਾ ਵਿੱਚ ਜੇ ਲੋਕ ਹੁਣ ਵੀ ਨਾ ਸੰਭਲੇ ਤਾਂ ਰੋਜ਼ਾਨਾ 1000 ਕੇਸਿਸ ਵੀ ਸਾਹਮਣੇ ਆ ਸਕਦੇ ਨੇ ਤੇ ਲਾਕਡਾਊਨ ਵੀ ਹੋ ਸਕਦਾ ਹੈ। ਕੈਲਗਰੀ ਪੁਲਿਸ ਦੇ 40 ਦੇ ਕਰੀਬ ਅਧਿਕਾਰੀ ਅਤੇ ਕਰਮਚਾਰੀ ਇੱਕ ਦੂਜੇ ਤੋਂ ਹੀ ਇਸ ਵਾਇਰਸ ਦੀ ਇਨਫੈਕਸ਼ਨ ਲੱਗਣ ਨਾਲ ਆਈਸੋਲੇਸ਼ਨ ਵਿੱਚ ਚਲੇ ਗਏ ਨੇ। ਕੈਲਗਰੀ ਦੇ 2 ਹੋਰ ਹਸਪਤਾਲਾਂ ਵਿੱਚ ਵੀ ਕੋਵਿਡ-19 ਵਾਇਰਸ ਫੈਲ ਗਿਆ ਹੈ। ਫੁੱਟਹਿਲਸ ਹਸਪੀਟਲ ਅਤੇ ਪੀਟਰ ਲੋਹੀਡ ਸੈਂਟਰ ਤੋਂ ਬਾਅਦ ਹੁਣ ਰੌਕੀ ਵਿਊ ਜਨਰਲ ਹਸਪੀਟਲ ਅਤੇ ਸਾਊਥ ਹੈਲਥ ਕੈਂਪਸ ਵਿੱਚ ਇਸ ਵਾਇਰਸ ਨੇ ਹਮਲਾ ਕਰ ਦਿੱਤਾ। ਉਧਰ ਐਡਮਿੰਟਨ ਦੇ 3 ਹਸਪੀਟਲਸ ਆਊਟਬ੍ਰੇਕ ਦਰਜ ਕਰਾ ਚੁੱਕੇ ਨੇ ਤੇ ਇਸ ਸਭ ਦਰਮਿਆਨ ਸਵਾਈਨ ਫਲੂ ਦੀ ਖਬਰ ਆਈ ਹੈ। 4 ਨਵੰਬਰ ਨੂੰ ਸੂਬੇ ਦੀ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾਕਟਰ ਡੀਨਾ ਹਿੰਸ਼ਾ ਨੇ ਦੱਸਿਆ ਕਿ ਅਕਤੂਬਰ ਦੇ ਮੱਧ ਵਿੱਚ ਸੈਂਟਰਲ ਅਲਬਰਟਾ ਵਿੱਚ ਸਵਾਈਨ ਫਲੂ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇੱਕ ਵਿਅਕਤੀ ਵਿੱਚ ਫਲੂ ਜਿਹੇ ਲੱਛਣ ਵੇਖੇ ਜਾ ਰਹੇ ਸਨ। ਜਾਂਚ ਹੋਈ ਤਾਂ ਰੇਅਰ ਸਟ੍ਰੇਨ ਇਨਫਲੂਐਂਜ਼ਾ A H1N2 ਨਿਕਲ ਆਇਆ। Influenza viruses that normally circulate in pigs, including H1N2, can infect people, although this is not common. While this is the first reported case of variant influenza A H1N2 in Canada, 27 cases have been reported globally since 2005, when reporting became required. ਬਿਮਾਰ ਸੂਰਾਂ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਇਹ ਰੇਅਰ ਸਵਾਈਨ ਫਲੂ ਕੈਨੇਡਾ ਵਿੱਚ ਪਹਿਲੀ ਵਾਰ ਰਿਪੋਰਟ ਹੋਇਆ ਹੈ, ਜਦਕਿ 2005 ਤੋਂ ਹੁਣ ਤੱਕ ਦੁਨੀਆ ਭਰ ਵਿੱਚ ਇਸ ਦੇ 27 ਮਾਮਲੇ ਸਾਹਮਣੇ ਆਏ ਨੇ। ਬਿਮਾਰ ਵਿਅਕਤੀ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕਿਆ ਹੈ ਤੇ ਕਿਸੇ ਹੋਰ ਤੱਕ ਇਸ ਦੀ ਲਾਗ ਨਾ ਪਹੁੰਚੇ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਦਾ ਸਰੋਤ ਜ਼ਰੂਰ ਲੱਭਿਆ ਜਾ ਰਿਹਾ ਹੈ, ਪਰ ਨਾਲ ਹੀ ਭਰੋਸਾ ਦਿਵਾਇਆ ਗਿਆ ਕਿ ਪੋਰਕ ਮੀਟ ਤੋਂ ਕੋਈ ਖਤਰਾ ਨਹੀਂ ਹੈ। ਇਹ ਹਫ਼ਤਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸੋਗਵਾਰ ਤੇ ਦਿਲ ਦਹਿਲਾ ਦੇਣ ਵਾਲਾ ਲੰਘਿਆ ਹੈ। 31 ਅਕਤੂਬਰ ਨੂੰ 24 ਸਾਲਾ ਕਾਰਲ ਜਿਰਾਰਡ ਨੇ ਕਿਊਬੈਕ ਸਿਟੀ ਵਿੱਚ ਤਲਵਾਰ ਨਾਲ ਹਮਲਾ ਕਰਕੇ 7 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਵਿੱਚੋਂ 56 ਸਾਲਾ ਇੱਕ ਔਰਤ ਅਤੇ 51 ਸਾਲਾ ਇੱਕ ਮਰਦ ਦੀ ਮੌਤ ਹੋ ਗਈ। ਮੱਧਕਾਲੀ ਪਹਿਰਾਵੇ ਵਿੱਚ ਆਏ ਇਸ ਵਿਅਕਤੀ ਦੇ ਹੱਥ ਵਿੱਚ ਤਲਵਾਰ ਸੀ। ਜਿਰਾਰਡ ਖਿਲਾਫ 2 ਚਾਰਜਸ ਕਤਲ ਦੇ ਤੇ 5 ਮਾਮਲੇ ਇਰਾਦਾ ਕਤਲ ਦੇ ਦਰਜ ਕੀਤੇ ਗਏ ਨੇ। ਹੈਲੋਵੀਨ ਦੀ ਰਾਤ ਕਰੀਬ 10:30 ਵਜੇ ਪੁਲਿਸ ਨੂੰ 4 ਵੱਖ-ਵੱਖ ਥਾਵਾਂ ਤੇ ਜ਼ਖਮੀ ਲੋਕ ਮਿਲੇ ਸਨ ਤੇ ਕਈ ਦੇਰ ਲੱਭਣ ਮਗਰੋਂ ਤੜਕੇ 1:30 ਵਜੇ ਜਾ ਕੇ ਜਿਰਾਰਡ ਦੀ ਗ੍ਰਿਫਤਾਰੀ ਹੋਈ। ਇਸ ਵਿਅਕਤੀ ਦੀ ਸਭ ਤੋਂ ਪਹਿਲਾਂ ਹਸਪਤਾਲ ਲਿਜਾ ਕੇ ਸਾਈਕੀਐਟ੍ਰਿਕ ਅਸੈਸਮੈਂਟ ਕਰਾਈ ਗਈ ਤੇ ਪੁਸ਼ਟੀ ਕੀਤੀ ਗਈ ਹੈ ਕਿ ਕਿਸੇ ਅੱਤਵਾਦੀ ਗਰੁੱਪ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। All necessary psychological help is being available right now as we speak for, of course, the families and close people to the victims, but for anyone who needs it. And on a regular basis, resources are available and it is important to ask for help if you need help. ਕੈਨੇਡਾ ਸਰਕਾਰ ਨੇ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਵਿੱਚ ਸੁਧਾਰ ਕਰਦਿਆਂ ਡੂਅਲ ਇੰਟੈਂਟ ਕਨਸੈਪਟ ਲਿਆਂਦਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲੈਣੇ ਆ ਰੈਡ FM ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਤੋਂ। ਜੀ ਰਿਸ਼ੀ ਜੀ, ਕੀ ਜਾਣਕਾਰੀ ਹੈ? ਹਾਂਜੀ ਮਨਿੰਦਰ, ਫੈਡਰਲ ਸਰਕਾਰ ਹੁਣ ਇਹ ਯਕੀਨੀ ਬਣਾ ਰਹੀ ਹੈ ਕਿ ਸਪਾਊਸਲ ਸਪਾਂਸਰਸ਼ਿਪ ਦੇ ਨਾਲ ਹੀ ਵਿਜ਼ਟਰਸ ਵੀਜ਼ੇ ਵਾਸਤੇ ਅਰਜ਼ੀ ਵੀ ਦਿੱਤੀ ਜਾ ਸਕੇ। ਡਿਊਅਲ ਇੰਟੈਂਟ ਦੇ ਤਹਿਤ ਕੁਝ ਜੋੜੇ ਪਤੀ ਪਤਨੀ ਜਾਂ ਕਾਮਨ ਲਾਅ ਪਾਰਟਨਰਸ ਪਹਿਲਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਜਾਂ TRV ਅਪਲਾਈ ਕਰਦੇ ਨੇ ਤੇ ਫਿਰ ਕੈਨੇਡਾ ਆ ਕੇ ਪੱਕੇ ਤੌਰ ਤੇ ਰਹਿਣ ਵਾਸਤੇ ਅਪਲਾਈ ਕਰ ਦਿੰਦੇ ਨੇ, ਪਰ ਹੁਣ ਉਹ ਦੋਵੇਂ ਐਪਲੀਕੇਸ਼ਨਸ ਇਕੱਠੀਆਂ ਫਾਈਲ ਕਰ ਸਕਦੇ ਨੇ। ਮਨਿੰਦਰ, ਇਮੀਗ੍ਰੇਸ਼ਨ ਅਧਿਕਾਰੀ ਡਿਊਅਲ ਇੰਟੈਂਟ ਵਾਲੀ ਦਰਖਾਸਤ ਤੋਂ ਇਹ ਜਾਣਕਾਰੀ ਲੈਣਗੇ ਕਿ ਸਪਾਂਸਰਸ਼ਿਪ ਐਪਲੀਕੇਸ਼ਨ ਸਵੀਕਾਰ ਹੋ ਚੁੱਕੀ ਹੈ ਕਿ ਨਹੀਂ, PR ਵਾਸਤੇ ਦਰਖਾਸਤ ਪਹਿਲੀ ਸਟੇਜ ਪਾਰ ਕਰ ਚੁੱਕੀ ਹੈ ਕਿ ਨਹੀਂ, ਤੇ ਜੇ ਦਰਖਾਸਤ ਰੱਦ ਹੋ ਜਾਂਦੀ ਹੈ ਕਿ ਐਪਲੀਕੇਸ਼ਨ ਦੇਣ ਵਾਲੇ ਕੋਲ ਹੋਰ ਕਿਹੜੇ ਬਦਲ ਨੇ, ਇਹ ਸਾਰਾ ਕੁਝ ਦੇਖਿਆ ਜਾਏਗਾ। ਵਿਜ਼ਟਰ ਵੀਜ਼ਾ ਲੈ ਕੇ ਪਹਿਲਾਂ ਕਈ ਵਾਰ ਲੋਕ ਕੈਨੇਡਾ ਆ ਜਾਂਦੇ ਸੀ, ਫਿਰ ਇੱਥੋਂ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਐਪਲੀਕੇਸ਼ਨ ਲਾਉਂਦੇ ਸੀ। ਹੁਣ ਅਜਿਹਾ ਕਰਨ ਦੀ ਲੋੜ ਨਹੀਂ ਰਹੇਗੀ। ਇਹਦੇ ਨਾਲ ਹੀ ਵਿਜ਼ਟਰ ਵੀਜ਼ੇ ਤੇ ਆਉਣ ਵਾਲੇ ਵਿਅਕਤੀਆਂ ਲਈ ਅਧਿਕਾਰੀਆਂ ਨੂੰ ਯਕੀਨ ਦਹਾਨੀ ਕਰਵਾਉਣੀ ਪਏਗੀ ਕਿ ਉਹ ਨਿਰਧਾਰਤ ਸਮੇਂ ਤੋਂ ਬਾਅਦ ਵਾਪਸ ਆਪਣੇ ਮੁਲਕ ਵਿੱਚ ਮੁੜ ਜਾਣਗੇ।
ਵਿਜ਼ਟਰ ਵੀਜ਼ਾ ਲੈਣ ਵਾਲੇ ਵਿਅਕਤੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਦੱਸਣਗੇ ਕਿ ਉਹ ਕਿੰਨਾ ਸਮਾਂ ਕੈਨੇਡਾ ਵਿੱਚ ਰਹਿਣਗੇ, ਖਰਚਾ ਕਿਵੇਂ ਹੋਏਗਾ, ਵਾਪਸ ਕਦੋਂ ਆਉਣਾ ਹੈ, ਕੀ ਕਾਰਨ ਨੇ, ਕੈਨੇਡਾ ਜਾਣ ਦਾ ਕੀ ਕਾਰਨ ਹੈ, ਸਹੀ ਦਸਤਾਵੇਜ਼, ਸਟੀਕ ਜਾਣਕਾਰੀ ਦੇਣੀ ਪਏਗੀ। ਕੈਨੇਡੀਅਨ ਇਮੀਗ੍ਰੇਸ਼ਨ ਨਾਲ ਕੋਈ ਪਹਿਲਾਂ ਪੰਗਾ ਤਾਂ ਨਹੀਂ ਹੈ, ਇਹਦੀ ਜਾਣਕਾਰੀ ਵੀ ਦੇਣੀ ਪਏਗੀ। ਜੀ ਰਿਸ਼ੀ ਜੀ, ਸ਼ੁਕਰੀਆ ਇਸ ਸਾਰੀ ਜਾਣਕਾਰੀ ਦੇ ਲਈ। ਜੀ ਮਨਿੰਦਰ, ਧੰਨਵਾਦ। ਤੇ ਹੁਣ ਗੱਲ ਕਰਦੇ ਹਾਂ ਦੁਨੀਆ ਵਿੱਚ ਅਜੇ ਤੱਕ ਹੋਈਆਂ ਚੋਣਾਂ ਵਿੱਚੋਂ ਸਭ ਤੋਂ ਮਹਿੰਗੀ ਦੱਸੀ ਜਾ ਰਹੀ ਯੂਐਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਬਾਰੇ ਰੈਡ ਐਫਐਮ ਕੈਲਗਰੀ ਤੋਂ ਰਿਪੋਰਟਰ ਅਤੇ ਨਿਊਜ਼ ਐਂਕਰ ਰਮਨਜੀਤ ਸਿੱਧੂ ਦੇ ਨਾਲ। ਹਾਂਜੀ ਮਨਿੰਦਰ, ਦੁਨੀਆ ਦੀ ਸਭ ਤੋਂ ਮਹਿੰਗੀ ਕਹੀ ਜਾ ਰਹੀ ਯੂਐਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਟ ਉਮੀਦਵਾਰ ਜੋ ਬਾਈਡਨ ਰਿਪਬਲਿਕਨ ਡੋਨਾਲਡ ਟਰੰਪ ਨੂੰ ਵਾਈਟ ਹਾਊਸ ਤੋਂ ਬਾਹਰ ਦਾ ਰਸਤਾ ਵਿਖਾਉਂਦੇ ਨਜ਼ਰ ਆ ਰਹੇ ਨੇ। ਜਿੱਤ ਵਾਸਤੇ ਲੋੜੀਂਦੀਆਂ 270 ਇਲੈਕਟੋਰਲ ਕਾਲਜ ਵੋਟਸ ਦੇ ਵਿੱਚੋਂ ਇਹ ਰਿਪੋਰਟ ਤਿਆਰ ਕੀਤੇ ਜਾਣ ਤੱਕ ਬਾਈਡਨ 264 ਦੇ ਕਾਬਜ਼ ਨੇ, ਜਦੋਂ ਕਿ ਟਰੰਪ 214 ਤੇ ਬੈਠੇ ਨੇ। ਟਰੰਪ ਜਿੱਥੇ-ਜਿੱਥੇ ਵੀ ਹਾਰ ਰਹੇ ਨੇ ਉੱਥੇ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਵੋਟਾਂ ਦੀ ਗਿਣਤੀ ਵਿੱਚ ਗੜਬੜੀ ਹੋਈ ਹੈ ਤੇ ਉਹਨਾਂ ਦੀ ਟੀਮ ਬਿਨਾਂ ਸਬੂਤਾਂ ਦੇ ਹੀ ਅਦਾਲਤਾਂ ਵਿੱਚ ਪੁੱਜ ਰਹੀ ਹੈ। ਮੰਗ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਜਿੱਥੇ-ਜਿੱਥੇ ਬਾਈਡਨ ਅੱਗੇ ਨੇ ਉੱਥੇ ਵੋਟਾਂ ਦੀ ਮੁੜ ਗਿਣਤੀ ਹੋਵੇ ਤੇ ਜਿੱਥੇ ਟਰੰਪ ਅੱਗੇ ਨੇ ਉੱਥੇ ਹੁਣ ਹੋਰ ਗਿਣਤੀ ਕਰਵਾਏ ਜਾਣ ਦੀ ਜ਼ਰੂਰਤ ਨਹੀਂ। ਟਰੰਪ ਦੀ ਟੀਮ ਦੀ ਇਹ ਮੰਗ ਸਿਰਫ ਜਾਰਜੀਆ ਵਿੱਚ ਹੀ ਮੰਨੀ ਗਈ ਹੈ, ਜਿੱਥੇ ਦੋਹੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਫਰਕ ਸ਼ੁੱਕਰਵਾਰ ਦੁਪਹਿਰ ਤੱਕ 1% ਤੋਂ ਵੀ ਘੱਟ ਰਹਿ ਗਿਆ ਸੀ। ਐਰੀਜ਼ੋਨਾ ਵਿੱਚ ਬਾਈਡਨ ਟਰੰਪ ਨਾਲੋਂ 40,000 ਵੋਟਾਂ ਅੱਗੇ ਨੇ ਤੇ ਮਿਸ਼ੀਗਨ ਵਿੱਚ ਵੀ ਟਰੰਪ ਨਾਲੋਂ 3% ਦੇ ਫਰਕ ਨਾਲ ਬਾਈਡਨ ਅੱਗੇ ਨੇ। ਟਰੰਪ ਨੇ ਨਤੀਜਿਆਂ ਦੀ ਉਡੀਕ ਕੀਤੇ ਬਿਨਾਂ ਹੀ 3 ਨਵੰਬਰ ਦੀ ਰਾਤ ਨੂੰ ਖੁਦ ਨੂੰ ਜੇਤੂ ਐਲਾਨ ਦਿੱਤਾ ਸੀ, ਜਦੋਂ ਕਿ ਬਾਈਡਨ ਨੇ ਲੋਕਾਂ ਨੂੰ ਸਬਰ ਨਾਲ ਕੰਮ ਲੈਣ ਨੂੰ ਕਿਹਾ ਸੀ ਤੇ ਦੋਹਾਂ ਦੀ ਬੋਲਚਾਲ ਤੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਇਲੈਕਸ਼ਨ ਨੇ ਇਹ ਗੱਲ ਵੀ ਸਾਫ਼ ਕਰ ਦਿੱਤੀ ਹੈ ਕਿ ਟਰੰਪ ਨੂੰ ਪਸੰਦ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ ਉਨੀ ਘੱਟ ਨਹੀਂ ਤੇ ਬਾਈਡਨ ਦੇ ਪ੍ਰੇਮੀਆਂ ਦੀ ਗਿਣਤੀ ਉਨੀ ਜ਼ਿਆਦਾ ਵੀ ਨਹੀਂ, ਜਿੰਨਾ ਸਭ ਨੂੰ ਪਹਿਲਾਂ ਭੁਲੇਖਾ ਸੀ। ਜੀ ਰਮਨਜੀਤ, ਸ਼ੁਕਰੀਆ ਇਸ ਜਾਣਕਾਰੀ ਦੇ ਲਈ। ਕੁਬੈਕ ਦੇ ਸੈਕੂਲਰਿਜ਼ਮ ਲਾਅ ਖਿਲਾਫ ਦਾਇਰ ਕੀਤੇ ਗਏ 3 ਸਮੂਹਕ ਮੁਕੱਦਮਿਆਂ ਵਿੱਚੋਂ ਇੱਕ ਤੇ ਇਸ ਹਫ਼ਤੇ ਸੁਣਵਾਈ ਸ਼ੁਰੂ ਹੋਈ ਹੈ। ਧਰਮ ਨਿਰਪੱਖਤਾ ਅਤੇ ਸਭ ਦੀ ਬਰਾਬਰੀ ਦੇ ਨਾਂ ਤੇ ਬਣਾਏ ਗਏ ਇਸ ਕਾਨੂੰਨ ਬਿੱਲ 21 ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਖਾਸ ਤੌਰ ਤੇ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲਾਗੂ ਕੀਤਾ ਗਿਆ ਹੈ ਤੇ ਇਹ ਕਥਿਤ ਸੈਕੂਲਰਿਜ਼ਮ ਕਾਨੂੰਨ ਸਗੋਂ ਉਹਨਾਂ ਦੀ ਧਾਰਮਿਕ ਆਜ਼ਾਦੀ ਅਤੇ ਪਛਾਣ ਉੱਪਰ ਹਮਲਾ ਹੈ। ਕਾਨੂੰਨ ਕਹਿੰਦਾ ਹੈ ਕਿ ਪਬਲਿਕ ਸਕੂਲ ਟੀਚਰਸ, ਸਰਕਾਰੀ ਵਕੀਲ, ਪੁਲਿਸ ਅਧਿਕਾਰੀ ਤੇ ਸਿਵਲ ਸਰਵੈਂਟ ਸੇਵਾ ਦਿੰਦੇ ਹੋਏ ਕੋਈ ਧਾਰਮਿਕ ਚਿੰਨ੍ਹ ਨਹੀਂ ਪਾ ਸਕਦੇ। ਇਹਨਾਂ ਵਿੱਚ ਪੱਗ ਅਤੇ ਹਿਜਾਬ ਵੀ ਸ਼ਾਮਿਲ ਹੈ। ਇਸ ਕਾਨੂੰਨ ਦੇ ਸਮਰਥਕਾਂ ਨੇ ਅਦਾਲਤ ਵਿੱਚ ਕਿਹਾ ਕਿ ਜ਼ਬਰਦਸਤੀ ਔਰਤਾਂ ਨੂੰ ਹਿਜਾਬ ਪਾਉਣ ਕਰਕੇ ਉਹਨਾਂ ਵਿੱਚ ਕੌਨਫੀਡੈਂਸ ਦੀ ਘਾਟ ਹੁੰਦੀ ਹੈ ਤੇ ਇਸੇ ਕਰਕੇ ਹਿਜਾਬ ਵਾਲੀਆਂ ਔਰਤਾਂ ਨੌਕਰੀ ਵਿੱਚ ਘੱਟ ਵਿਖਾਈ ਦਿੰਦੀਆਂ ਨੇ। ਬਿਨਾਂ ਕਿਸੇ ਸਰਵੇਖਣ ਦੇ ਨਤੀਜਿਆਂ ਦੀ ਬਿਨਾਂ ਤੇ ਗੱਲ ਕਰ ਰਹੇ ਨਾ ਹਿਜਾਬ ਵਿਰੋਧੀਆਂ ਮੁਤਾਬਕ ਹਿਜਾਬ ਔਰਤਾਂ ਦੀ ਆਜ਼ਾਦੀ ਖੋਹੇ ਜਾਣ ਦਾ ਪ੍ਰਤੀਕ ਹੈ। ਪਰ ਅਦਾਲਤ ਵਿੱਚ ਪੇਸ਼ ਹੋਈਆਂ ਮੁਸਲਮਾਨ ਔਰਤਾਂ ਨੇ ਸਰਵੇਖਣਾਂ ਅਤੇ ਤੱਥਾਂ ਦੇ ਆਧਾਰ ਤੇ ਕਿਹਾ ਕਿ ਵੱਡੀ ਗਿਣਤੀ ਔਰਤਾਂ ਆਪਣੀ ਮਰਜ਼ੀ ਨਾਲ ਹਿਜਾਬ ਪਾਉਂਦੀਆਂ ਨੇ ਤੇ ਇਸ ਨਾਲ ਉਹਨਾਂ ਦੇ ਕੰਮ ਕਰਨ ਦੀ ਕਾਬਲੀਅਤ ਤੇ ਕੋਈ ਫਰਕ ਨਹੀਂ ਪੈਂਦਾ। ਅਦਾਲਤ ਵਿੱਚ ਪੇਸ਼ ਹੋਏ ਰਿਸਰਚਰਸ ਨੇ ਇੱਥੋਂ ਤੱਕ ਕਿਹਾ ਹੈ ਕਿ ਇਸ ਕਾਨੂੰਨ ਕਰਕੇ ਮੁਸਲਮਾਨ ਔਰਤਾਂ ਸਗੋਂ ਕੰਮ ਤੇ ਘੱਟ ਜਾ ਸਕਣਗੀਆਂ ਕਿਉਂਕਿ ਉਹਨਾਂ ਤੇ ਹਿਜਾਬ ਨਾ ਪਾਉਣ ਦੀ ਸ਼ਰਤ ਥੋਪੀ ਗਈ ਹੈ। ਇਸ ਨਾਲ ਸਕੂਲਾਂ ਵਿੱਚ ਡਾਇਵਰਸਿਟੀ ਸਗੋਂ ਕਿ ਘਟੇਗੀ, ਜਦਕਿ ਪਹਿਲਾਂ ਹਿਜਾਬ ਵਾਲੀਆਂ ਟੀਚਰਸ ਵਿਖਾਈ ਦਿੰਦੀਆਂ ਸਨ। ਹਿਜਾਬ ਪਾ ਕੇ ਪੜ੍ਹਾਉਂਦੀ ਟੀਚਰ ਵਾਈਟ ਬੱਚੇ ਦੇ ਦਿਲ ਵਿੱਚੋਂ ਮੁਸਲਮਾਨਾਂ ਪ੍ਰਤੀ ਨਫ਼ਰਤ ਜਾਂ ਜਾਣਕਾਰੀ ਦੀ ਘਾਟ ਨੂੰ ਸਗੋਂ ਦੂਰ ਕਰ ਸਕਦੀ ਹੈ। ਇਸ ਕਾਨੂੰਨ ਨਾਲ ਮੁਸਲਮਾਨ ਔਰਤਾਂ ਦੀ ਤਰੱਕੀ ਦਾ ਰਾਹ ਸਗੋਂ ਬੰਦ ਹੋ ਸਕਦਾ ਹੈ ਤੇ ਖੁਦਕੁਸ਼ੀਆਂ ਵੱਧ ਸਕਦੀਆਂ ਨੇ। ਹੈਲਥ ਕੈਨੇਡਾ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਹੋਰਨਾਂ ਕਈ ਮੁਲਕਾਂ ਦੀ ਸੂਚੀ ਵਿੱਚ ਸ਼ਾਮਿਲ ਹੁੰਦਿਆਂ ਇਸ ਹਫ਼ਤੇ ਤੋਂ ਕੈਨੇਡਾ ਵਿੱਚ HIV ਸੈਲਫ ਟੈਸਟ ਕਿਟ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ। ਬ੍ਰਿਟਿਸ਼ ਕੋਲੰਬੀਆ ਬੇਸਡ ਬਾਇਓਲੋਜੀਕਲ ਲੈਬੋਰੇਟਰੀਜ਼ ਵੱਲੋਂ ਬਣਾਈ ਗਈ ਇਸ ਕਿਟ ਨੂੰ ਘਰ ਵਿੱਚ ਵਰਤਿਆ ਜਾ ਸਕਦਾ ਹੈ। ਉਂਗਲ 'ਚੋਂ ਲਏ ਖੂਨ ਦੇ ਕਤਰੇ ਨਾਲ ਇਹ ਯੰਤਰ 1 ਮਿੰਟ ਵਿੱਚ HIV ਇਨਫੈਕਸ਼ਨ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਕਰ ਦਿੰਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਮੁਤਾਬਕ ਇਸ HIV ਸੈਲਫ ਕਿਟ ਦੀ ਬਦੌਲਤ ਅਜਿਹੇ ਸੈਂਕੜੇ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਹ HIV ਪੋਜ਼ਿਟਿਵ ਹੈਗੇ ਨੇ। ਆਸਟਰੀਆ ਦੀ ਰਾਜਧਾਨੀ ਵੀਨਾ ਦੇ ਸੈਂਟਰਲ ਸਵੀਡਨ ਪਲਾਟ ਸਕੁਆਇਰ ਵਿੱਚ ਮੰਗਲਵਾਰ ਨੂੰ ਹੋਈ ਗੋਲੀਬਾਰੀ ਵਿੱਚ 2 ਔਰਤਾਂ ਤੇ 2 ਮਰਦਾਂ ਦੀ ਜਾਨ ਚਲੀ ਗਈ। ਪੁਲਿਸ ਹੱਥੀਂ ਮਾਰਿਆ ਗਿਆ 20 ਸਾਲਾ ਹਮਲਾਵਰ ਆਸਟਰੀਅਨ ਨਾਰਥ ਮੈਸੀਡੋਨੀਅਨ ਦੋਹਰੀ ਨਾਗਰਿਕਤਾ ਰੱਖਦਾ ਸੀ ਤੇ ਉਸ ਤੋਂ ਪਹਿਲਾਂ ਉਸ ਉੱਪਰ ਸੀਰੀਆ ਜਾ ਕੇ ਇਸਲਾਮਿਕ ਸਟੇਟ ਵਿੱਚ ਰਲ ਜਾਣ ਦੇ ਦੋਸ਼ ਵੀ ਸਾਬਤ ਹੋਏ ਸਨ ਤੇ ਲੰਘੇ ਸਾਲ ਦਸੰਬਰ ਵਿੱਚ ਉਹ 22 ਮਹੀਨੇ ਦੀ ਜੇਲ੍ਹ ਕੱਟ ਕੇ ਰਿਹਾ ਹੋਇਆ ਸੀ। ਉਸ ਵੱਲੋਂ 4 ਬਜ਼ੁਰਗਾਂ ਦੀ ਜਾਨ ਲਈ ਗਈ ਜਦਕਿ ਇੱਕ ਪੁਲਿਸ ਅਧਿਕਾਰੀ ਸਮੇਤ 22 ਵਿਅਕਤੀ ਜ਼ਖਮੀ ਵੀ ਹੋਏ। ਹਮਲੇ ਦੇ ਫੌਰਨ ਬਾਅਦ ਪੁਲਿਸ ਨੇ 15 ਘਰਾਂ ਤੇ ਛਾਪੇਮਾਰੀ ਕੀਤੀ ਤੇ 14 ਗ੍ਰਿਫਤਾਰੀਆਂ ਹੋਈਆਂ।
ਅਫਗਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ ਵਿੱਚ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ 22 ਮੌਤਾਂ ਹੋ ਗਈਆਂ ਤੇ 20 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। 1 ਘੰਟੇ ਤੱਕ ਚੱਲੇ ਮੁਕਾਬਲੇ ਵਿੱਚ 3 ਹਮਲਾਵਰ ਵੀ ਮਾਰੇ ਗਏ। ਜਿਸ ਵੇਲੇ ਹਮਲਾ ਹੋਇਆ, ਯੂਨੀਵਰਸਿਟੀ ਵਿੱਚ ਅਫਗਾਨ-ਈਰਾਨ ਸਾਂਝਾ ਪੁਸਤਕ ਮੇਲਾ ਚੱਲ ਰਿਹਾ ਸੀ ਤੇ ਦੋਹਾਂ ਦੇਸ਼ਾਂ ਦੇ ਸਫੀਰਾਂ ਤੋਂ ਇਲਾਵਾ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਕਾਬੁਲ ਵਿੱਚ ਵੀ ਇੱਕ ਵਿਦਿਅਕ ਅਦਾਰੇ ਤੇ ਅਜਿਹਾ ਹੀ ਹਮਲਾ ਕੀਤਾ ਗਿਆ ਸੀ, ਜਿਸ ਵਿੱਚ 24 ਟੀਨੇਜ ਵਿਦਿਆਰਥੀ ਮਾਰੇ ਗਏ ਸਨ। ਉਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਲੰਘੇ ਸ਼ੁੱਕਰਵਾਰ ਤੁਰਕੀ ਵਿੱਚ ਆਏ 6.9 ਤੀਬਰਤਾ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 112 ਤੇ ਪਹੁੰਚ ਗਈ ਹੈ। ਏਜੰਸੀ ਵਿੱਚ ਕੇਂਦਰਿਤ ਇਸ ਭੂਚਾਲ ਨੇ ਸਭ ਤੋਂ ਵੱਧ ਨੁਕਸਾਨ ਇਜ਼ਮੀਰ ਵਿੱਚ ਕੀਤਾ, ਪਰ ਝਟਕੇ ਇਸਤਾਨਬੁਲ ਤੋਂ ਲੈ ਕੇ ਗ੍ਰੀਸ ਦੀ ਰਾਜਧਾਨੀ ਐਥਨਜ਼ ਤੱਕ ਮਹਿਸੂਸ ਹੋਏ। 106 ਵਿਅਕਤੀਆਂ ਨੂੰ ਮਲਬੇ ਹੇਠੋਂ ਜਿਉਂਦੇ ਕੱਢ ਚੁੱਕੇ ਰੈਸਕਿਊ ਅਮਲੇ ਨੂੰ ਕਿਸੇ ਦੇ ਜਿਉਂਦੇ ਬਚੇ ਹੋਣ ਦੀ ਉਮੀਦ ਘੱਟ ਹੀ ਰਹਿ ਗਈ ਸੀ, ਜਦੋਂ ਮੰਗਲਵਾਰ ਨੂੰ 4 ਸਾਲ ਦੀ ਇੱਕ ਬੱਚੀ ਭੂਚਾਲ ਦੇ 91 ਘੰਟੇ ਬਾਅਦ ਮਲਬੇ ਹੇਠੋਂ ਜਿਉਂਦੀ ਕੱਢ ਲਈ ਗਈ। 6700 ਤੁਰਕੀ ਵਾਸੀਆਂ ਨੇ ਆਪਣੇ ਘਰ ਇਸ ਭੂਚਾਲ ਵਿੱਚ ਗੁਆਏ ਨੇ। 112 ਵਿੱਚੋਂ ਵੱਡੀ ਗਿਣਤੀ ਜਾਨਾਂ ਇਜ਼ਮੀਰ ਵਿੱਚ ਗਈਆਂ ਨੇ ਤੇ 1000 ਤੋਂ ਵੱਧ ਵਿਅਕਤੀ ਜ਼ਖਮੀ ਵੀ ਉੱਥੇ ਹੀ ਦਰਜ ਹੋਏ ਨੇ, ਜਦਕਿ ਗ੍ਰੀਸ ਦੇ ਸੇਮਸ ਆਈਲੈਂਡ ਤੇ 2 ਟੀਨੇਜਰਸ ਮਾਰੇ ਗਏ ਤੇ 19 ਵਿਅਕਤੀ ਜ਼ਖਮੀ ਹੋਏ। ਤੁਰਕੀ ਵਿੱਚੋਂ ਲੰਘਦੀਆਂ ਫਾਲਟ ਲਾਈਨਸ ਕਰਕੇ ਇਹ ਭੂਚਾਲ ਦੇ ਖਤਰੇ ਹੇਠ ਬਣਿਆ ਰਹਿੰਦਾ ਹੈ। 1999 ਵਿੱਚ ਆਏ 2 ਤਾਕਤਵਰ ਭੂਚਾਲਾਂ ਨੇ ਨਾਰਥ ਵੈਸਟਰਨ ਤੁਰਕੀ ਵਿੱਚ 18,000 ਤੋਂ ਵੱਧ ਜਾਨਾਂ ਲਈਆਂ ਸਨ। ਇਹ ਸਨ ਇਸ ਹਫ਼ਤੇ ਦੀਆਂ ਕੁਝ ਰਾਸ਼ਟਰੀ ਤੇ ਅੰਤਰਰਾਸ਼ਟਰੀ ਵੱਡੀਆਂ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।